ਹੈਲੋ ਸਟੂਡੈਂਟਸ, ਅੱਜ ਅਸੀਂ +2 ਫਿਜ਼ਿਕਸ ਦਾ ਫਰਸਟ ਯੂਨਿਟ ਇਲੈਕਟ੍ਰੋਸਟੈਟਿਕ ਕਰਨ ਜਾ ਰਹੇ ਹਾਂ। ਇਲੈਕਟ੍ਰੋਸਟੈਟਿਕ ਦੇ ਵਿੱਚ ਫਰਸਟ ਚੈਪਟਰ ਅਸੀਂ ਕਰਾਂਗੇ ਇਲੈਕਟ੍ਰਿਕ ਚਾਰਜ ਐਂਡ ਫੀਲਡ। ਸੋ ਫਰਸਟ ਲੈਕਚਰ ਦੇ ਵਿੱਚ ਇਲੈਕਟ੍ਰੋਸਟੈਟਿਕ ਦੀ ਡੈਫੀਨੇਸ਼ਨ ਇਹ ਪਹਿਲਾਂ ਕਿਸੇ ਸਟੂਡੈਂਟਸ ਨੂੰ ਮੈਂ ਪੜ੍ਹਾ ਚੁੱਕਾ, ਉਸੇ ਨੂੰ ਐਕਸਪਲੇਨ ਕਰਾਂਗਾ। ਇਲੈਕਟ੍ਰੋਸਟੈਟਿਕ ਇਟ ਇਜ਼ ਅ ਬ੍ਰਾਂਚ ਆਫ ਫਿਜ਼ਿਕਸ ਵਿਚ ਡੀਲਸ ਵਿਦ ਦਾ ਚਾਰਜ ਐਟ ਰੈਸਟ। ਚਾਰਜ ਦੇ ਬਾਰੇ ਅੱਗੇ ਡਿਟੇਲ ਦੇ ਵਿੱਚ ਅਸੀਂ ਹੁਣੇ ਕਰਨ ਜਾ ਰਹੇ ਹਾਂ ਕਿ ਚਾਰਜ ਦੀ ਰੈਸਟ ਤੇ ਸਟੱਡੀ ਜਿਹੜੀ ਆ ਉਹ ਫਿਜ਼ਿਕਸ ਦੀ ਜਿਹੜੀ ਉਹ ਬ੍ਰਾਂਚ ਆ ਉਸ ਨੂੰ ਅਸੀਂ ਬੋਲਦੇ ਹਾਂ ਇਲੈਕਟ੍ਰੋਸਟੈਟਿਕ। ਇਲੈਕਟ੍ਰੋਸਟੈਟਿਕ ਤੋਂ ਬਾਅਦ ਅਸੀਂ ਕਰਾਂਗੇ ਇਲੈਕਟ੍ਰੋਡਾਇਨਮਿਕਸ। ਇਲੈਕਟ੍ਰੋਮੈਗਨੇਟਿਜ਼ਮ ਦੇ ਅੱਗੇ ਦੋ ਪਾਰਟਸ ਬਣਦੇ ਆ, ਇੱਕ ਇਲੈਕਟ੍ਰੋਸਟੈਟਿਕ, ਇੱਕ ਇਲੈਕਟ੍ਰੋਡਾਇਨਮਿਕਸ। ਇਲੈਕਟ੍ਰੋਸਟੈਟਿਕ ਦੇ ਵਿੱਚ ਅਸੀਂ ਕਰਾਂਗੇ ਚਾਰਜ ਐਟ ਰੈਸਟ। ਉਸ ਤੋਂ ਬਾਅਦ ਨੈਕਸਟ ਜਿਹੜੇ ਯੂਨਿਟ ਕਰਾਂਗੇ ਉਹ ਇਲੈਕਟ੍ਰੋਡਾਇਨਮਿਕਸ ਦੇ ਅੰਡਰ ਆਉਂਦੇ ਆ, ਕਰੰਟ, ਇਲੈਕਟ੍ਰੀਸਿਟੀ, ਮੈਗਨੇਟਿਜ਼ਮ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਅਲਟਰਨੇਟਿੰਗ ਕਰੰਟ, ਇਲੈਕਟ੍ਰੋਮੈਗਨੈਟਿਕ ਵੇਵਸ। ਸੋ ਇਹ ਸਾਰਾ ਹੀ ਕਿ ਕਿਵੇਂ ਕਿਵੇਂ ਚੈਪਟਰ ਚੱਲਣੇ ਆ। ਸਭ ਤੋਂ ਪਹਿਲਾਂ ਚਾਰਜ ਐਟ ਰੈਸਟ, ਫਿਰ ਚਾਰਜ ਮੋਸ਼ਨ ਦੇ ਵਿੱਚ, ਅੱਗੇ ਇਸ ਤਰ੍ਹਾਂ ਚੈਪਟਰ ਬਣਨੇ ਫਿਜ਼ਿਕਸ ਦੇ। ਸੋ ਸਭ ਤੋਂ ਪਹਿਲਾਂ ਹੁਣ ਅਸੀਂ ਚਾਰਜ ਦੇ ਬਾਰੇ ਪੜ੍ਹਾਂਗੇ ਕਿ ਚਾਰਜ ਕੀ ਆ। ਚਾਰਜ ਇਜ਼ ਐਨ ਇੰਟ੍ਰਿੰਸਿਕ ਪ੍ਰੋਪਰਟੀ ਆਫ ਮੈਟਰ। ਇੰਟ੍ਰਿੰਸਿਕ ਮੀਨਸ ਜਿਸ ਨੂੰ ਅੱਗੇ ਅਸੀਂ ਹੋਰ ਇਹਦੇ ਬਾਰੇ, ਇੰਟ੍ਰਿੰਸਿਕ ਹੁੰਦਾ ਕਿ ਲਾਸਟ ਪ੍ਰੋਪਰਟੀ, ਇਹਦੀ ਹੋਰ ਰਿਸਰਚ ਨਹੀਂ ਕਰ ਸਕਦੇ, ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਇਟ ਇਜ਼ ਅ ਬੇਸਿਕ ਫੰਡਾਮੈਂਟਲ ਕੁਆਂਟਿਟੀ ਡਿਊ ਟੂ ਵਿਚ ਇਲੈਕਟ੍ਰੀਕਲ ਇਫੈਕਟਸ ਆਰ ਪ੍ਰੋਡਿਊਸ ਇਨ ਦਾ ਮੈਟਰ। ਕਿਸੇ ਬਾਡੀ ਦੇ ਵਿੱਚ ਇਲੈਕਟ੍ਰੀਕਲ ਇਫੈਕਟ ਪ੍ਰੋਡਿਊਸ ਕਰਨਾ ਹੈ, ਉਸ ਨੂੰ ਅਸੀਂ ਚਾਰਜ ਬੋਲਦੇ ਹਾਂ। ਚਾਰਜ ਦੇ ਬੇਸਿਕ ਜਾਣਕਾਰੀ, ਇਹਦਾ ਸਿੰਬਲ ਕਿਊ, ਬੁੱਕ ਦੇ ਵਿੱਚ ਅਸੀਂ ਇਹਦਾ ਸਿੰਬਲ ਕਿਊ ਲਵਾਂਗੇ। ਇਹਦਾ ਐਸਆਈ ਯੂਨਿਟ ਕੂਲਮ। ਇਟ ਇਜ਼ ਅ ਸਕੇਲਰ ਕੁਆਂਟਿਟੀ, ਮੀਨਸ ਇਟ ਹੈਜ਼ ਓਨਲੀ ਮੈਗਨੀਚਿਊਡ ਬਟ ਨੋ ਡਾਇਰੈਕਸ਼ਨਸ। ਇਹਦੇ ਦੋ ਟਾਈਪਸ ਦੇ ਚਾਰਜ ਹੁੰਦੇ, ਪੋਜ਼ਿਟਿਵ ਐਂਡ ਨੈਗੇਟਿਵ। ਸੋ ਚਾਰਜ ਆਲਵੇਜ਼ ਕਮਜ਼ ਵਿਦ ਮਾਸ। ਇਹ ਚੀਜ਼ ਯਾਦ ਰੱਖਣੀ ਕਿ ਮਾਸ ਦੇ ਨਾਲ ਇਹਦਾ ਰਿਲੇਸ਼ਨ ਹੈ। ਚਾਰਜ ਤੇ ਮਾਸ, ਜਿੱਥੇ ਮਾਸ ਹੋਏਗਾ ਉੱਥੇ ਹੀ ਚਾਰਜ ਹੋਏਗਾ। ਸੋ ਵਟ ਇਜ਼ ਦ ਡਿਫਰੈਂਸ ਬਿਟਵੀਨ ਚਾਰਜ ਐਂਡ ਮਾਸ। ਚਾਰਜ ਦੋ ਟਾਈਪ ਦੇ ਆ, ਪੋਜ਼ਿਟਿਵ ਐਂਡ ਨੈਗੇਟਿਵ, ਐਂਡ ਮਾਸ ਓਨਲੀ ਪੋਜ਼ਿਟਿਵ। ਚਾਰਜ ਇਜ਼ ਇੰਡੀਪੈਂਡੈਂਟ ਆਫ ਸਪੀਡ, ਇਟ ਇਜ਼ ਵੈਰੀ ਇੰਪੋਰਟੈਂਟ, ਬਟ ਮਾਸ ਚੇਂਜਿਸ ਵਿਦ ਸਪੀਡ ਆਫ ਦਾ ਆਬਜੈਕਟ। ਜਦੋਂ ਕੋਈ ਆਬਜੈਕਟ ਸਪੀਡ ਦੇ ਵਿੱਚ ਆ ਜਾਂ ਮੂਵ ਕਰ ਰਿਹਾ, ਉਹਦਾ ਮਾਸ ਇਨਕਰੀਜ਼ ਹੁੰਦਾ ਹੈ। ਇਹ ਰਿਲੇਸ਼ਨ ਦੇ ਨਾਲ ਆਪਾਂ ਪਤਾ ਲਗਾ ਸਕਦੇ ਹਾਂ m ਇਜ਼ ਇਕੁਅਲ ਟੂ m0 ਓਵਰ 1 - v ਸਕੇਅਰ ਓਵਰ c ਸਕੇਅਰ ਦਾ ਅੰਡਰ ਰੂਟ, ਵੇਅਰ m ਇਜ਼ ਦਾ ਮਾਸ ਆਫ ਦਾ ਬੋਡੀ ਐਂਡ m0 ਇਜ਼ ਦਾ ਰੈਸਟ ਮਾਸ ਆਫ ਦਾ ਬੋਡੀ। 1 - v ਸਕੇਅਰ ਇਜ਼ v ਇਜ਼ ਦਾ ਵੈਲੋਸਿਟੀ ਆਫ ਦਾ ਬੋਡੀ ਐਂਡ c ਇਜ਼ ਦਾ ਵੈਲੋਸਿਟੀ ਆਫ ਲਾਈਟ। ਹੁਣ ਆਮ ਡੇਲੀ ਰੂਟੀਨ ਦੇ ਵਿੱਚ ਕੋਈ ਹਿਊਮਨ ਬੀਇੰਗ ਮੂਵ ਕਰ ਰਿਹਾ, ਉਹਦੀ ਸਪੀਡ ਦੇ ਨਾਲ ਉਹਦਾ ਮਾਸ ਨਹੀਂ ਚੇਂਜ ਹੋਏਗਾ। ਇਟ ਇਜ਼ ਓਨਲੀ ਫॉर ਦਾ ਕੁਆਂਟਮ ਫਿਜ਼ਿਕਸ। ਛੋਟੇ ਛੋਟੇ ਪਾਰਟੀਕਲ, ਇਲੈਕਟ੍ਰੋਨ, ਪ੍ਰੋਟੋਨ, ਉਹਨਾਂ ਵਾਸਤੇ ਇਹ ਮਾਸ ਜਿਹੜਾ ਹੈ ਚੇਂਜ ਹੁੰਦਾ ਸਪੀਡ ਦੇ ਨਾਲ। ਇਹ ਰਿਲੇਸ਼ਨ ਦੇ ਨਾਲ ਆਪਾਂ ਪਤਾ ਲਗਾ ਸਕਦੇ। ਉਸ ਤੋਂ ਬਾਅਦ ਨੈਕਸਟ ਇਜ਼ ਚਾਰਜ ਕੰਜ਼ਰਵਡ ਰਹਿੰਦਾ ਹੈ। ਛੋਟੀਆਂ ਕਲਾਸਾਂ 'ਚ ਆਪਾਂ ਪੜ੍ਹ ਚੁੱਕੇ ਹਾਂ ਕਿ ਐਨਰਜੀ ਕੰਜ਼ਰਵਡ ਹੁੰਦੀ ਹੈ। ਐਨਰਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਏ। ਇਹ ਵੀ ਸੇਮ ਚੀਜ਼ ਹੋਏਗੀ। not conserved, mass not conserved, charge is quantized and this is a not quantized। ਇਹਨਾਂ ਦੋਨਾਂ ਨੂੰ ਅਸੀਂ ਡਿਟੇਲ ਦੇ ਵਿੱਚ ਅੱਗੇ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਕੰਜ਼ਰਵੇਸ਼ਨ ਆਫ ਚਾਰਜ, ਸੇਮ ਜਿਵੇਂ ਕੰਜ਼ਰਵੇਸ਼ਨ ਆਫ ਐਨਰਜੀ ਕਰ ਚੁੱਕੇ ਹਾਂ 8th 9th ਦੇ ਵਿੱਚ, 7th ਵਿੱਚ ਵੀ। ਚਾਰਜ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ ਬਟ ਓਨਲੀ ਬੀ ਟਰਾਂਸਫਰਡ। ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਟਰਾਂਸਫਰ ਹੋ ਸਕਦਾ, ਪਰ ਡਿਸਟਰੋਏ ਨਹੀਂ ਹੋ ਸਕਦਾ। ਜਾਂ ਕਹਿ ਸਕਦੇ ਹਾਂ ਕਿ ਟੋਟਲ ਚਾਰਜ ਔਨ ਐਨ ਆਈਸੋਲੇਟਡ ਸਿਸਟਮ, ਆਈਸੋਲੇਟਡ ਮਤਲਬ ਸਿੰਗਲ, ਇਜ਼ ਆਲਵੇਜ਼ ਕੌਂਸਟੈਂਟ। ਇਹ ਮੈਂ ਇੱਕ ਐਗਜ਼ਾਮਪਲ ਲੈ ਕੇ ਦੱਸਿਆ, ਐਗਜ਼ਾਮਪਲ ਲੈ ਕੇ ਸਮਝਾਇਆ ਹੈ ਕਿ ਮੰਨ ਲਓ ਇੱਕ ਸਿਸਟਮ ਹੈ, ਇਹਦੇ ਵਿੱਚ 3 ਚਾਰਜ ਪਏ, 3 ਕੂਲਮਸ, 1 ਕੂਲਮਸ ਐਂਡ -2 ਕੂਲਮਸ। ਇਹ ਸਿਸਟਮ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਛੱਡਤਾ। ਇਹਦੇ ਵਿੱਚ ਕੀ ਹੋਇਆ ਕਿ 2 ਕੂਲਮਸ ਹੈ ਆ, 3 ਕੂਲਮ ਇਹ ਬਣ ਗਿਆ। ਇਹ ਪਤਾ ਕਰਨਾ ਕਿ ਇਹ ਕਿੰਨਾ ਹੈ। ਹੁਣ ਆਪਾਂ ਨੂੰ ਪਤਾ ਕਿ ਅਕੋਰਡਿੰਗ ਟੂ ਕੰਜ਼ਰਵੇਸ਼ਨ ਆਫ ਚਾਰਜ, ਜਿੰਨਾ ਇੱਧਰ ਚਾਰਜ ਉਨਾ ਹੀ ਇੱਧਰ ਰਹਿਣਾ ਚਾਹੀਦਾ। ਸੋ ਇੱਧਰ ਆਪਾਂ ਵੇਖ ਲਿਆ ਕਿ ਇਹ Q1 Q2 Q3 ਆ, ਇਹ ਇਕੁਅਲ ਆ ਅਕੋਰਡਿੰਗ ਟੂ ਕੰਜ਼ਰਵੇਸ਼ਨ ਆਫ ਚਾਰਜ। Q1 ਡੈਸ਼ ਇਹਨੂੰ ਕਹਿ ਲਿਆ, Q2 ਡੈਸ਼, ਆਪਾਂ Q3 ਡੈਸ਼ ਫਾਈਂਡ ਆਊਟ ਕਰਨਾ। ਇਹ ਵੈਲਿਊਜ਼ ਭਰਤੀਆਂ 3 1 -2 ਇਹ 2 3, ਇਹ ਫਾਈਂਡ ਆਊਟ ਕਰਨਾ ਛੱਡਤਾ। ਕਟਿੰਗ ਕਰਕੇ ਆਪਾਂ Q ਦੀ ਵੈਲਿਊ ਕੱਢੀ 3। ਹੁਣ ਵੇਖਣਾ ਕਿ ਇੱਧਰ ਬਰਾਬਰ ਆਉਂਦਾ 3 + 1 4 -2 2, ਟੋਟਲ ਚਾਰਜ ਆਉਂਦਾ 2। ਇੱਥੇ ਵੇਖੋ 2 + 3 6, ਇਹ 3 ਨਹੀਂ, ਇੱਥੇ -3। ਅੰਡਰਸਟੂਡ ਹੈ ਕਿ ਇੱਥੇ Q ਜਿਹੜਾ ਪਲੱਸ ਲੈ ਸਕਦੇ ਜਾਂ -3 ਮਾਈਨਸ ਲੈ ਸਕਦੇ। ਇਹ ਦੋਨਾਂ ਪਾਸੇ ਹੁਣ ਵੇਖੋ ਚਾਰਜ ਕਿੰਨਾ ਹੋਇਆ, ਔਰ Q ਇਜ਼ ਇਕੁਅਲ ਟੂ -3।
3 + 1 4 -2 2 2 + 3 5 -2 2 दोनों पासे चार्ज कंजर्व रहा। दिस इज़ द लॉ ऑफ कंजरवेशन ऑफ चार्ज। ओके, हुण असीं सैकंड करांगे इहदा कि क्वांटाइजेशन ऑफ चार्ज। सैकंड प्रॉपर्टी क्वांटाइजेशन ऑफ इट इज़ अ वेरी इंपॉर्टेंट प्रॉपर्टी ऑफ चार्ज। क्वांटाइज, सब तो पहले क्वांटाइज मीनस कि क्वांटाइज की होंदा है। क्वांटाइज मीनस अवेलेबल इन अ फिक्सड अमाउंट, अवेलेबल इन फिक्सड अमाउंट। डेफिनेशन मैं अगे जाके दसन लगा हुणे। मीनस फॉर एग्जाम्पल कि जे आप पैन लैन जा रहे हैं दुकान के उत्ते ते आपां एक पैन ही खरीदांगे एक फिक्सड अमाउंट दे विच। आपां ये नहीं कह सकते कि सानूं अद्धा पैन दे दो। एक फिक्सड अमाउंट हुंदा किसी चीज़ का, उन्होंने आपां बोलते हैं क्वांटा। क्वांटा मीनस पैकेट। कोई चीज़ भी अद्धी नहीं मिलूगी, जिवें पैन आ, पेंसिल आ, कॉपी आ, ये इसे फॉर्म दे विच ही मिलेगा। इसे तरह ही ये डेफिनेशन इहदी बनदी, द स्मॉलेस्ट चार्ज डैट कैन एग्जिस्ट इंडिपेंडेंटली इज चार्ज ऑन 1 इलैक्ट्रॉन। इस तरह कह सकते हैं कि चार्ज ऑलवेज एग्जिस्ट इन इंटैग्रल मल्टीपल ऑफ फंडामेंटल चार्ज विच इज़ ई। या कह सकते हैं कि द स्मॉलेस्ट चार्ज डैट कैन एग्जिस्ट, smallest charge that can exist independently is charge on 1 electron. Is charge on 1 electron. एंड 1 इलैक्ट्रॉन ते चार्ज कितना होंदा 1.6 इंटू 10⁻⁻19 कूलम। ये फंडामेंटल चार्ज है। घट तो घट इन्ना चार्ज किसी बॉडी ते होएगा ही होगा। जां आपां कह सकते हैं, जां होर डेफिनेशन एक च आपां कह सकते हैं, और चार्ज ऑलवेज एग्जिस्ट इन इंटेग्रल मल्टीपल ऑफ फंडामेंटल चार्ज। फंडामेंटल चार्ज किहड़ा ई मीन्स Q is equal to NE, where Q is a charge on the body, क्योंकि यह चार्ज ऑन बॉडी। here N की है इंटीजर एंड E is a charge on electron। where N is a इंटीजर 1 2 3 4 कुछ भी हो सकता। मीनस फंडामेंटल चार्ज का मतलब है कि चार्ज जां तो 1E हो सकता, जां -1E, जां 2E हो सकता, जां -2E, जां 3E हो सकता, जां -3E। इतना इंटीजर वादे रहिंदे, जां +NE अपैंड ते कह सकते हैं, जां -NE। इतना चार्ज हो। चार्ज इज़ ऑलवेज इंटैग्रल मल्टीपल ऑफ द E। Q इज़ इक्वल टू NE। इस ये वाले टॉपिक के उपर एक मैं छोटा जिहा न्यूमेरिकल भी नाल सॉल्व कराउणा जिस तरह का आ सकता है। वट इज़ क्वांटाइजेशन ऑफ चार्ज की बजाय जे आपां नूं न्यूमेरिकल भी आ सकता। कैन अ बॉडी हैव अ चार्ज 8 × 10⁻18 कूलम। कैन अ बॉडी हैव अ चार्ज have a charge 8 × 10⁻18 कूलम। देखो ये बॉडी के उपर चार्ज इन्ना हो सकता। आप फॉर्मूला उही लवांगे Q इज़ इक्वल टू NE +- हुण Q आपां नूं दिता होया 8 × 10⁻18 कूलम। N नहीं पता, 1.6 × 10⁻⁻19 कूलम। E की वैल्यू पता है। N 8 × 10⁻18 कूलम डिवाइडेड बाय 1.6 × 10⁻⁻19 सॉल्व करके ए कटिंग उपर जाके होगी 10 दियां पावर्स नाल, एक 10 रह गया। 8/1.6 × 10⁻10 एक ही रह गया। कटिंग होगी उपर जाके
ਇੱਥੇ ਮਾਈਨਸ ਆ ਕੁਐਸਚਨ ਦੇ ਵਿੱਚ। ਇਹ ਸੋਲਵ ਕਰਕੇ ਆਪਣੇ ਕੋਲ 2 ਇਹ ਹੁੰਦਾ ਆ 50 ਪਲੱਸ ਦਾ। ਹੁਣ 50 ਵੇਖੋ ਵਿਚ ਇਜ਼ ਇੰਟੀਜ਼ਰ, ਇੱਕ ਇੰਟੀਜ਼ਰ ਆ। ਆਪਾਂ ਕਹਿ ਸਕਦੇ ਹਾਂ ਕਿ ਯੈਸ ਅ ਬੋਡੀ ਕੈਨ ਹੈਵ ਅ ਚਾਰਜ 8 × 10⁻18। ਜੇ ਇੰਟੀਜ਼ਰ ਨਹੀਂ ਆਉਂਦਾ ਫਿਰ ਆਪਾਂ ਕਹਿ ਸਕਦੇ ਹਾਂ ਕਿ ਚਾਰਜ ਇਹ ਇੰਨਾ ਨਹੀਂ ਹੋ ਸਕਦਾ। ਓਕੇ, ਇਸ ਤਰ੍ਹਾਂ ਦੇ ਛੋਟੇ ਛੋਟੇ ਨਿਊਮੈਰੀਕਲਸ, ਇੱਕ ਮੈਂ ਐਗਜ਼ਾਮਪਲ ਦਿੱਤੀ ਕਿ ਇਸ ਤਰ੍ਹਾਂ ਦੇ ਛੋਟੇ ਛੋਟੇ ਨਿਊਮੈਰੀਕਲ ਆ ਸਕਦੇ, ਜਾਂ ਆ ਸਕਦਾ ਹਾਊ ਮੈਨੀ ਨੰਬਰ ਆਫ ਇਲੈਕਟ੍ਰੋਨਸ, ਚਾਰਜ ਦਿੱਤਾ ਹੈ, ਨੰਬਰ ਆਫ ਇਲੈਕਟ੍ਰੋਨਸ ਕੱਢਣੇ, ਐਨ ਦੀ ਵੈਲਿਊ ਕੱਢਣੀ ਹੋ ਸਕਦੀ ਹੈ, ਜਾਂ ਚਾਰਜ ਕੱਢਣਾ ਹੋ ਸਕਦਾ। ਇਸ ਤਰ੍ਹਾਂ ਦੇ ਨਿਊਮੈਰੀਕਲ ਵੀ ਆ ਸਕਦੇ ਕੁਆਂਟਾਈਜੇਸ਼ਨ ਦੇ ਉਪਚਾਰ। ਸੋ ਇਹ ਪ੍ਰੋਪਰਟੀਜ਼ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਮੈਂ ਨੈਕਸਟ ਲੈਕਚਰ ਦੇ ਵਿੱਚ ਚਾਰਜ ਦੇ ਬਾਰੇ ਹੋਰ ਜਾਣਕਾਰੀ ਆਪਾਂ ਹਾਸਲ ਕਰਾਂਗੇ, ਜਿਵੇਂ ਵੇਜ਼ ਟੂ ਪ੍ਰੋਡਿਊਸ ਚਾਰਜ, ਚਾਰਜਿੰਗ ਬਾਏ ਕੰਡਕਸ਼ਨ ਕਰਾਂਗੇ, ਚਾਰਜਿੰਗ ਬਾਏ ਇੰਡਕਸ਼ਨ ਕਰਾਂਗੇ, ਇਹੋ ਜਿਹੇ ਛੋਟੇ ਛੋਟੇ। ਸੋ ਥੈਂਕ ਯੂ ਸੋ ਮਚ।